ਪਾਵਨ ਪਵਿੱਤਰ ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ। ਗੁਰੂ ਜਸ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸੋ ਕੱਲ ਦੇ ਦੀਵਾਨਾਂ ਅੰਦਰ ਆਪ ਗੁਰਸਿੱਖ ਸੰਗਤਾਂ ਪ੍ਰਸੰਗ ਸਰਵਣ ਕੀਤਾ ਕਿ ਭੀਮ ਚੰਦ ਰਾਜਾ ਸਤਿਗੁਰਾਂ ਦੇ ਦਰਸ਼ਨ ਕਰਕੇ, ਸਤਿਗੁਰਾਂ ਦੇ ਕਲਗੀਧਰ ਪਾਤਸ਼ਾਹ ਦੇ ਬਚਨ ਬਿਲਾਸ ਸਰਵਣ ਕਰਕੇ ਗੁਰੂ ਸਾਹਿਬਾਂ ਦੇ ਕੋਲ ਅਦੁੱਤੀ ਵਸਤੂਆਂ ਨੂੰ ਵੇਖ ਕੇ ਤੇ ਗੁਰੂ ਘਰ ਦੇ ਜੌ ਜਲਾਲ ਨੂੰ ਤੱਕ ਕੇ ਇਤਨਾ ਕੁ ਪ੍ਰਭਾਵਿਤ ਹੋਇਆ ਹੈ ਕਿ ਗੁਰਾਂ ਦਾ ਸਿੱਖ ਬਣਨ ਦੀ ਇੱਛਾ ਮਨ ਵਿੱਚ ਜਾਗੀ ਹੈ ਕਿ ਮੈਂ ਸਤਿਗੁਰਾਂ ਦਾ ਸਿੱਖ ਸੱਜ ਜਾਵਾਂ। ਧੰਨ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਅੰਤਰਜਾਮੀ ਭੀਮ ਚੰਦ ਦੇ ਮਨ ਦੀ ਇਸ ਅਵਸਥਾ ਨੂੰ ਬੁੱਝ ਕੇ ਵਿਚਾਰਦੇ ਹੈ, ਜੇ ਸਾਡਾ ਸਿੱਖ ਬਣ ਗਿਆ ਤੇ ਅਨੇਕ ਦੁਸ਼ਟ ਜਿਨ੍ਹਾਂ ਦਾ ਵਿਨਾਸ਼ ਕਰਨ ਮਾਤ ਲੋਕ ਵਿੱਚ ਸਾਡਾ ਆਗਮਨ ਹੋਇਆ ਹੈ, ਉਹ ਕਾਰਜ ਕਿਸ ਤਰ੍ਹਾਂ ਸੰਪੂਰਨ ਹੋ ਪਾਵੇਗਾ। ਸੋ ਗੁਰਾਂ ਮਾਇਆ ਵਰਤਾਈ ਤੇ ਭੀਮ ਚੰਦ ਦਾ ਮਨ ਭਰਮ ਗਿਆ। ਆਪਣੇ ਸਮਸਤ ਪਹਾੜੀ ਰਾਜੇ ਆਪਣੇ ਭਰਾਵਾਂ ਦੀ ਕਨੌੜ ਨੂੰ ਵਿਚਾਰਦਾ ਹੈ ਤੇ ਸੋਚਦਾ ਉਹ ਕੀ ਕਹਿਣਗੇ ਜੇ ਮੈਂ ਸਿੱਖ ਬਣ ਗਿਆ। ਐਸੀਆਂ ਮਨ ਦੇ ਵਿੱਚ ਅਨੇਕ ਤਰਕਾਂ ਉੱਠੀਆਂ ਤੇ ਸਤਿਗੁਰਾਂ ਦੇ ਕੋਲੋਂ ਵਿਦਾ ਮੰਗੀ ਹੈ ਗੁਰੂ ਹਜ਼ੂਰੀ ਵਿੱਚ ਆ ਕੇ, ਤੇ ਸਤਿਗੁਰਾਂ ਨੇ ਗੁਰੂ ਘਰ ਵੱਲੋਂ ਸਨਮਾਨ ਦਿੱਤਾ ਹੈ ਭੀਮ ਚੰਦ ਨੂੰ ਵਿਦਾ ਕਰਨ ਵਾਸਤੇ। ਇਹ ਪ੍ਰਸੰਗ ਆਪਾਂ ਸਰਵਣ ਕਰ ਚੁੱਕੇ ਹਾਂ। ਇਸ ਤੋਂ ਅੱਗੋਂ ਪਾਵਨ ਕਥਾ ਦੀ ਆਰੰਭਤਾ ਹੋ ਰਹੀ ਹੈ। ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ। ਗੁਰੂ ਜਸ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੁਰ ਕੇ ਪਦ ਅਰਬਿੰਦ ਲਗਾਏ। ਸਤਿਗੁਰੂ ਸਾਹਿਬਾਂ ਨੇ ਆਪਣੇ ਦੀਵਾਨ ਭਾਈ ਨੰਦ ਚੰਦ ਨੂੰ ਕਿਹਾ ਹੈ ਕਿ ਸਿਰੋਂ ਪਾਓ ਦਸਤਾਰ ਲਿਆਓ, ਭੀਮ ਚੰਦ ਨੂੰ ਦਈਏ। ਖਜ਼ਾਨੇ ਵਿੱਚੋਂ ਦਸਤਾਰ ਅਤੇ ਸਿਰੋਂ ਪਾਓ ਲਿਆਂਦਾ ਗਿਆ। ਸਤਿਗੁਰਾਂ ਦੇ ਪਾਵਨ ਚਰਨਾਂ ਕਮਲਾਂ ਨੂੰ ਛਹਾਉਂਦਿਆਂ ਹੋਇਆਂ ਦੀਨੀ ਨੰਦ ਚੰਦ ਗਿਰ ਰਾਏ। ਤੇ ਭਾਈ ਨੰਦ ਚੰਦ ਜੀ ਨੇ ਇਸ ਗਿਰ ਰਾਏ ਭੀਮ ਚੰਦ ਨੂੰ, ਪਹਾੜੀ ਰਾਜੇ ਨੂੰ ਦਸਤਾਰ ਦਿੱਤੀ ਹੈ। ਗੁਰੂ ਘਰ ਵੱਲੋਂ ਗਲ ਵਿੱਚ ਸਰੋਪਾ ਪਾਇਆ ਹੈ। ਲੈ ਨਿਜ ਕਰ ਮਹਿ ਸੀਸ ਲਗਾਈ। ਦਸਤਾਰ ਆਪਣੇ ਕਰ ਕਮਲਾਂ ਵਿੱਚ ਪਕੜੀ ਹੈ ਤੇ ਫੜ ਕੇ ਆਪਣੇ ਸਿਰ ਤੇ ਲਾਈ ਹੈ, ਮੱਥੇ ਤੇ ਲਾਈ ਹੈ ਭੀਮ ਚੰਦ ਨੇ।
ਪੁਨ ਕੋਸ਼ਪ ਕੇ ਕਰ ਪਕਰਾਈ। ਅਤੇ ਫਿਰ ਜਿਹੜਾ ਕੋਸ਼ਪ ਹੈ, ਖਜ਼ਾਨਚੀ ਹੈ, ਉਸ ਦਾ, ਭੀਮ ਚੰਦ ਦਾ ਜਿਹੜਾ ਸੰਗੀ ਹੈ, ਉਸ ਨੂੰ ਦਸਤਾਰ ਫੜਾ ਦਿੱਤੀ ਹੈ। ਪੁਨ ਵਜ਼ੀਰ ਕੋ ਦੇ ਸਿਰੋ ਪਾਏ। ਫਿਰ ਸਤਿਗੁਰਾਂ ਨੇ ਭਾਈ ਆਨੰਦ ਚੰਦ ਜੀ ਨੂੰ ਕਹਿ ਕੇ ਤੇ ਗੁਰੂ ਘਰ ਵੱਲੋਂ ਭੀਮ ਚੰਦ ਦੇ ਵਜ਼ੀਰਾਂ ਨੂੰ ਵੀ ਸਰੋਪੇ ਦਿਵਾਏ ਹੈ। ਅਪਰ ਮੁਸਾਹਿਬ ਢਿਗ ਸਮੁਦਾਏ। ਹੋਰ ਵੀ ਜਿਹੜੇ ਮੁਸਾਹਿਬ ਭੀਮ ਚੰਦ ਦੇ ਸਭਾ ਸਦ ਸਨ, ਉਹਨਾਂ ਨੂੰ ਵੀ ਗੁਰੂ ਘਰ ਵੱਲੋਂ ਸਰੋਪੇ ਦੀਆਂ ਬਖਸ਼ਿਸ਼ਾਂ ਹੋਈਆਂ। ਗੁਰ ਘਰ ਤੇ ਸਭ ਹਿਨ ਕੋ ਮਿਲਿਓ। ਗੁਰੂ ਘਰ ਵੱਲੋਂ ਸਾਰਿਆਂ ਨੂੰ ਸਰੋਪੇ ਮਿਲੇ, ਸਾਰਿਆਂ ਨੂੰ ਸਨਮਾਨ ਮਿਲਿਆ। ਨਮੋ ਠਾਨ ਚਾਹਤ ਚਿਤ ਚਲਿਓ। ਤੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਤੇ ਚਿੱਤ ਵਿੱਚ ਹੁਣ ਚੱਲਣਾ ਚਾਹੁੰਦਾ ਹੈ, ਜਾਣਾ ਚਾਹੁੰਦਾ ਹੈ। ਭੀਮ ਚੰਦ ਆਨੰਦ ਬਿਲੰਦਾ। ਬਹੁਤ ਆਨੰਦਿਤ ਹੋਇਆ ਭੀਮ ਚੰਦ ਗੁਰੂ ਤਥਾ ਗੁਰੂ ਕੋਲ ਬੇਸ਼ਕੀਮਤੀ ਜੋ ਵਸਤੂਆਂ ਉਹਨਾਂ ਨੂੰ ਵੇਖ ਕੇ। ਨਿਕਸਿਓ ਵਹਿਰ ਸੰਗ ਨਰ ਬ੍ਰਿੰਦਾ। ਗੁਰਾਂ ਦੇ ਦੀਵਾਨ ਵਿੱਚੋਂ ਬਾਹਰ ਨਿਕਲਿਆ ਹੈ ਵਿਦਾਇਗੀ ਲੈ ਕੇ, ਤੇ ਸਮੂਹ ਸੰਗੀ ਸਾਥੀ ਮਨੁੱਖ ਇਹਦੇ ਨਾਲ ਹੈ। ਨਿਜ ਡੇਰੇ ਮਹਿ ਪਹੁੰਚਿਓ ਜਾਈ। ਤੇ ਗੁਰਾਂ ਦੇ ਦੀਵਾਨ ਤੋਂ ਬਾਹਰ ਆ ਕੇ ਆਪਣੇ ਪੜਾਅ ਤੇ ਪਹੁੰਚਾ। ਨਿਸਾ ਬਿਤਾਏ ਸਕੀਨ ਚੜਾਈ। ਰਾਤ ਸ੍ਰੀ ਅਨੰਦਪੁਰ ਸਾਹਿਬ ਨਗਰੀ ਹੀ ਕੱਟੀ ਇਹ ਵੀ, ਤੇ ਅਗਲਾ ਦਿਨ ਹੋਇਆ ਤੇ ਚਾਲੇ ਪਾ ਦਿੱਤੇ ਹੈ। ਦੁੰਦਬ ਕੋ ਬਜਾਏ ਮਗ ਪਰਿਓ। ਨਗਾਰਾ ਵਜਾਉਂਦਿਆਂ ਹੋਇਆ ਮਗ ਰਸਤੇ ਤੇ ਚੱਲ ਪਿਆ। ਐਸ਼ਰਜ ਗੁਰ ਕੋ ਹਿਰਦੈ ਵਿਚਰਿਓ। ਤੇ ਵਾਪਸ ਬਿਲਾਸਪੁਰ ਨੂੰ ਜਾਂਦਿਆਂ ਹੋਇਆਂ ਜਿਹੜੀ ਸਤਿਗੁਰਾਂ ਕੋਲ ਐਸ਼ਵਰਜ ਸੰਪਤੀ ਹੈ, ਉਹਦੇ ਬਾਬਤ ਹਿਰਦੇ ਵਿੱਚ ਵਿਚਾਰਦਾ ਹੈ। ਜਰ ਨਹਿ ਸਕਿਓ ਜਰਹਿ ਔਰ ਮਾਹੀ। ਜਰ ਨਹੀਂ ਸਕਦਾ ਤੇ ਹਿਰਦੇ ਵਿੱਚ ਜਰਦਾ ਹੈ, ਭਾਵ ਸੜਦਾ ਹੈ। ਸ਼ੰਕਤ ਚੇਤ ਸਿਖ ਹੋਏ ਸਨਾਹੀ। ਤੇ ਚਿੱਤ ਸ਼ਸ਼ੰਕਤ ਹੋ ਗਿਆ ਹੈ, ਜਿਸ ਕਰਕੇ ਸਿੱਖ ਨਾ ਸੱਜ ਸਕਿਆ, ਗੁਰਾਂ ਦਾ ਸਿੱਖ ਨਾ ਬਣ ਸਕਿਆ। ਤੇ ਗੁਰਾਂ ਦਾ ਤੇਜ ਪ੍ਰਤਾਪ, ਗੁਰਾਂ ਦਾ ਪ੍ਰਤੀ ਦਿਨ ਵੱਧਦਾ ਜੋ ਜਲਾਲ, ਇਹਦੇ ਕੋਲੋਂ ਜਰਿਆ ਨਹੀਂ ਜਾ ਰਿਹਾ ਤੇ ਈਰਖਾ ਦੀ ਅੱਗ 'ਚ ਸੜ ਰਿਹਾ ਹੈ। ਗਟੀ ਅਟਪਟੀ ਗਿਨਤ ਕਨੇਰੀ। ਬੜੀਆਂ ਅਟਪਟੀਆਂ, ਬੜੀਆਂ ਜਿਹੜੀਆਂ ਵਿਥਵੀਆਂ ਗੱਲਾਂ ਹਨ, ਉਹਨਾਂ ਨੂੰ ਗਿਣਦਾ ਹੈ, ਵਿਥਵੀਆਂ ਸੋਚਾਂ ਸੋਚਦਾ ਹੈ। ਗੁਰ ਢਿਗ ਵਸਤ ਅਜਾਇ ਬਹੇਰੀ। ਅਜੀਬੋ ਗਰੀਬ ਵਸਤੂਆਂ ਗੁਰਾਂ ਕੋਲ ਵੇਖ ਕੇ ਆਇਆ ਹੈ। ਮੋਹ ਕਹੋ ਕਿਮ ਇਹ ਪ੍ਰਾਪਤ ਹੋਏ। ਸੋਚਦਾ ਹੈ ਭੀਮ ਚੰਦ ਕਿ ਇਹ ਵਸਤੂਆਂ ਪੰਚ ਕਲਾ, ਸ਼ਸਤਰ, ਪ੍ਰਸ਼ਾਦੀ, ਹਾਥੀ, ਤੰਬੂ ਆਦਿ, ਇਹ ਵਸਤੂਆਂ ਮੈਨੂੰ ਕਿਵੇਂ ਪ੍ਰਾਪਤ ਹੋ ਸਕਦੀਆਂ ਹਨ, ਮੇਰੇ ਕੋਲ ਕਿਵੇਂ ਆ ਸਕਦੀਆਂ ਹਨ। ਜਿਸ ਤੇ ਜਸ ਜਗ ਮਹਿ ਵੱਡ ਜੋਏ। ਜਿਸ ਕਰਕੇ ਜਗਤ ਦੇ ਵਿੱਚ ਮੇਰਾ ਵੱਡਾ ਜਸ ਹੋਵੇਗਾ, ਤਥਾ ਸਾਰਾ ਜਗਤ ਮੇਰਾ ਜਸ ਜਿਹੜਾ ਹੈ ਉਹ ਕਰੇਗਾ। ਗਿਰਪਤ ਹਿਰਹਿ ਨਿਕਟ ਜੇ ਮੇਰੇ। ਜਿਹੜੇ ਮੇਰੇ ਨੇੜੇ
ਗਿਰਪਤੀ ਹਨ, ਪਹਾੜੀ ਰਾਜੇ ਹਨ, ਗੁਲੇਰੀਏ ਚੰਦੇਲੀਏ ਆਦਿ ਕਰਕੇ ਉਹ ਵੀ ਵੇਖ ਕੇ ਬੜੇ ਖੁਸ਼ ਹੋਣਗੇ। ਬਿਸਮਹਿ ਕਹਿ ਵਡਿਆਏ ਵਡੇਰੇ, ਹੈਰਾਨ ਹੋ ਕੇ ਤੇ ਮੈਨੂੰ ਵਡਿਆ ਕੇ ਸਲਾਹ ਕੇ ਕਹਿਣਗੇ। ਹਿਰਦੇ ਸਰਾਹੇ ਨਾ ਹੋਏ ਤਿਨ ਪਾਹੀ, ਇਹ ਵਸਤੂਆਂ ਬਾਕੀ ਰਾਜਿਆਂ ਦੇ ਪਾਸ ਕੋਲ ਹੋਣਗੀਆਂ ਨਹੀਂ, ਤੇ ਮੇਰੇ ਕੋਲ ਅਜੀਬੋ ਗਰੀਬ ਵਸਤੂਆਂ ਵੇਖ ਸਾਰੇ ਮੇਰੀ ਸਲਾਹੁਤਾ ਕਰਨਗੇ, ਸਾਰੇ ਮੇਰੀ ਉਪਮਾ ਕਰਨਗੇ। ਆਵਹਿ ਕਿਤਕ ਬਿਲੋਕਨ ਜਾਹੀ, ਤੇ ਕਈ ਮੇਰੇ ਕੋਲ ਆਇਆ ਕਰਨਗੇ ਬੇਸ਼ਕੀਮਤੀ ਵਸਤੂਆਂ ਨੂੰ ਵੇਖਣ ਵਾਸਤੇ। ਜੇ ਕਰ ਸਭ ਵਸਤੂ ਨਹਿ ਪਾਵੋ, ਫਿਰ ਮਨ ਵਿੱਚ ਵਿਚਾਰ ਉਪਜਦੀ ਹੈ, ਚਲੋ ਜੇ ਸਾਰੀਆਂ ਵਸਤੂਆਂ ਮੈਨੂੰ ਨਾਮ ਹੀ ਪ੍ਰਾਪਤ ਹੋਣ, ਸਾਰੀਆਂ ਅਜੀਬੋ ਗਰੀਬ ਗੁਰਾਂ ਕੋਲ ਜੋ ਵਸਤੂਆਂ ਉਹ ਮੈਂ ਨਾਮ ਹੀ ਹਾਸਲ ਕਰ ਸਕਾਂ, ਤਾਂ ਜਿਉ ਕਿਉ ਕਰ ਕੁੰਚਰ ਅਨਵਾਵੋ, ਪਰ ਜਿਵੇਂ ਕਿਵੇਂ ਵੀ ਕਰਕੇ ਜਿਹੜਾ ਪ੍ਰਸ਼ਾਦੀ ਹਾਥੀ ਹੈ ਉਹ ਮੈਂ ਅਨਵਾ ਲਵਾਂ, ਉਹ ਮੰਗਵਾ ਲਵਾਂ। ਪ੍ਰਥਮ ਕਰੋ ਸ਼ਾਲ ਬੁੱਧ ਬਲ ਪਾਏ, ਪਹਿਲਾਂ ਬੁੱਧੀ ਦਾ ਜਿਹੜਾ ਛਲ ਬਲ ਹੈ ਇਹ ਕਰਦਾ, ਬੁੱਧੀ ਦੇ ਛਲ ਦੇ ਬਲ ਨਾਲ ਮੈਂ ਹਾਥੀ ਮੰਗਵਾਉਂਦਾ ਹਾਂ। ਬਿਨਾ ਬਖੇਰੇ ਪਹੁੰਚਹਿ ਆਏ, ਬਿਨਾ ਬਖੇਰੇ ਬਿਨਾ ਝਗੜੇ ਤੋਂ ਮੇਰੇ ਕੋਲ ਆ ਪਹੁੰਚੇਗਾ ਹਾਥੀ। ਇਸੇ ਬਹਾਨੇ ਕਰ ਹਉ ਜਾਚੇ, ਕਿਸੇ ਨਾ ਕਿਸੇ ਬਹਾਨੇ ਇਹ ਹਾਥੀ ਸਤਿਗੁਰਾਂ ਕੋਲੋਂ ਮੈਂ ਜਾਂਚ ਲਵਾਂਗਾ, ਮੰਗ ਲਵਾਂਗਾ। ਭਲੇ ਪੁਰਖ ਆਨਹਿ ਢਿਗ ਤਾਚੇ, ਤੇ ਭਲੇ ਪੁਰਖ ਭੇਜ ਕੇ ਸਤਿਗੁਰਾਂ ਦੇ ਕੋਲੋਂ ਪ੍ਰਸ਼ਾਦੀ ਹਾਥੀ ਮੈਂ ਆਪਣੇ ਰਾਜ්य ਵਿੱਚ ਮੰਗਵਾ ਲਵਾਂਗਾ। ਜਿਉ ਕਿਉ ਕਰ ਇੱਕ ਬਾਰ ਜੇ ਪਾਵੋ, ਸੋਚਦਾ ਹੈ ਜਿਵੇਂ ਕਿਵੇਂ ਵੀ ਕਰਕੇ ਇੱਕ ਵਾਰੀ ਹਾਥੀ ਮੈਨੂੰ ਪ੍ਰਾਪਤ ਹੋ ਜਾਵੇ, ਇੱਕ ਵਾਰੀ ਮੈਨੂੰ ਹਾਥੀ ਮਿਲ ਜੇ। ਫੇਰ ਨਾ ਦੈ ਹਉ ਗਜ ਅਪਨਾਵੋ, ਫਿਰ ਮੈਂ ਹਾਥੀ ਵਾਪਸ ਨਹੀਂ ਦਵਾਂਗਾ ਤੇ ਅਪਣਾ ਲਵਾਂਗਾ ਆਪਣੀ ਮਲਕੀਅਤ, ਇਸ ਨੂੰ ਮੈਂ ਆਪਣੀ ਪ੍ਰਾਪਰਟੀ ਜਾਣਾਂਗਾ। ਰਾਜਨੀਤ ਜਾਣਹਿ ਜੇ ਸਿਆਣੇ, ਜਿਹੜੇ ਸਿਆਣੇ ਰਾਜਨੀਤੀ ਵਿੱਚ ਨਿਪੁੰਨ ਰਾਜਨੀਤੀ ਨੂੰ ਜਾਣਦੇ ਹੈ, ਯਤਨ ਕਰਨ ਸਭ ਵਿਦਨ ਬਖਾਨੇ, ਉਹ ਵਸਤੂ ਤਥਾ ਇੱਛਾ ਦੀ ਪੂਰਤੀ ਵਾਸਤੇ ਕਿਸੇ ਪਦਾਰਥ ਦੀ ਪ੍ਰਾਪਤੀ ਹੇਤੂ ਉਹ ਸਭ ਤਰ੍ਹਾਂ ਦੇ ਯਤਨ ਬਖਾਣਦੇ ਹਨ, ਦੱਸਦੇ ਹਨ। ਯੋ ਹੂੰ ਬਾਂਸ਼ਾ ਪੁਰਵਹਿ ਨਾਹੀ, ਇਹ ਕਿਵੇਂ ਕਰਕੇ ਵੀ ਜੇ ਇੱਛਾ ਪੂਰੀ ਨਾ ਹੁੰਦੀ ਹੋਵੇ, ਮਨ ਚਾਹੀ ਗੱਲ ਨਾ ਬਣਦੀ ਹੋਵੇ। ਸ਼ਾਮ ਰੋਦਾਮ ਭੇਦ ਕੇ ਮਾਹੀ, ਇਹ ਨੀਤੀ ਦੇ ਚਾਰ ਢੰਗ ਹਨ, ਜਾਂ ਇਹ ਚਾਰ ਪ੍ਰਕਾਰ ਦੀ ਨੀਤੀ ਹੈ। ਸਾਮ, ਦਾਮ ਅਤੇ ਭੇਦ, ਇਹ ਤਿੰਨ ਇਹ ਨੀਤੀਆਂ ਹਨ, ਸਾਮ, ਦਾਮ ਤੇ ਭੇਦ। ਕਰਨੋ ਬਨੈ ਦੰਡ ਪੁਨ ਆਸ਼ੋ, ਤੇ ਜੇ ਸਾਮ, ਦਾਮ, ਭੇਦ ਤਿੰਨਾਂ ਨਾਲ ਗੱਲ ਨਾ ਬਣੇ ਤੇ ਫਿਰ ਨੀਤੀ ਦਾ ਚੌਥਾ ਅੰਗ ਜਿਹੜਾ ਹੈ ਦੰਡ, ਉਹ ਵਰਤਣਾ ਯੋਗ ਹੈ, ਉਚਿਤ ਹੈ। ਇਹ ਨੀਤੀ ਨਿਪੁੰਨਾਂ ਦਾ ਕਥਨ ਹੈ। ਬਾਲ ਦਾਲ ਨਿਜ ਪਰ ਲਖ ਕਰ ਆਸ਼ੋ, ਆਪਣਾ ਦਲ, ਆਪਣੀ ਸੈਨਾ, ਆਪਣੀ
ਸੈਨਾ ਦਾ ਬਲ, ਦੂਜੇ ਦੀ ਸ਼ਤਰੂ ਦੀ ਸੈਨਾ ਦਾ ਬਲ ਜਿਹੜਾ ਹੈ ਉਸ ਨੂੰ ਲੱਖ ਕੇ ਆਪਣਾ ਬਲ ਤੇ ਸ਼ਤਰੂ ਦਾ ਬਲ ਵਿਚਾਰ ਕੇ ਵੇਖ ਗਏ। ਯਥਾ ਕਰਮ ਇਨ ਕਰਹਿ ਬਨਾਈ। ਇਹ ਜਥਾ ਕਰਮ ਨਾਮ ਵਾਰੀ ਵਾਰੀ ਇਹਨਾਂ ਨੂੰ ਬਣਾਵੇ, ਭਾਵ ਕਰੇ। ਪਹਿਲੋਂ ਸਾਮ, ਫਿਰ ਦਾਮ, ਫਿਰ ਭੇਦ, ਤੇ ਜੇ ਨਾ ਗੱਲ ਬਣੇ ਤੇ ਫਿਰ ਦੰਡ। ਇਹ ਨੀਤੀ ਦਾ ਚੌਥਾ ਜਿਹੜਾ ਭਾਗ ਹੈ, ਅਰਥਾਤ ਨੀਤੀ ਦਾ ਜਿਹੜਾ ਚੌਥਾ ਇਹ ਮਾਰਗ ਹੈ, ਇਸ ਨੂੰ ਅਪਣਾ ਲੈਣਾ ਯੋਗ ਹੈ। ਪ੍ਰਥਮ ਸਾਮ ਮਿਲਬੋ ਬਨ ਆਈ। ਪਹਿਲਾਂ ਤਾਂ ਸਾਮ ਜਿਹੜਾ ਨੀਤੀ ਦਾ ਮਾਰਗ ਹੈ ਇਸ ਨੂੰ ਚੁਣੇ ਤੇ ਸਲਾਹ ਨਾਲ, ਪ੍ਰੇਮ ਨਾਲ ਦੂਜੇ ਨੂੰ ਆਪਣੇ ਨਾਲ ਮੇਲ ਲਵੇ। ਸਲਾਹ ਨਾਲ, ਪ੍ਰੇਮ ਨਾਲ ਦੂਜੇ ਨੂੰ ਆਪਣੇ ਨਾਲ ਜੋੜ ਲਵੇ। ਇਸ ਤੇ ਕਾਜ ਸੁਧਾਰ ਹੈ ਨਾਨਾ। ਇਸ ਸਾਮ ਮਾਰਗ ਕਰਕੇ, ਨੀਤੀ ਦਾ ਸਾਮ ਮਾਰਗ ਜਿਹੜਾ, ਇਸ ਤੇ ਚੱਲ ਕੇ ਅਨੇਕਾਂ ਕਾਰਜ ਸੁਧਰ ਜਾਂਦੇ ਐ। ਸੋ ਕਹੀਅਤ ਅਤਸ਼ੈ ਮਤਵਾਨਾ। ਤੇ ਜਿਹੜਾ ਸਾਮ ਨਾਲ, ਸੁਲਹ ਨਾਲ ਵਿਗੜਦੇ ਕੰਮ ਸੁਧਾਰ ਲੈਂਦਾ ਹੈ ਉਹ ਸਭ ਤੋਂ ਸ੍ਰੇਸ਼ਟ ਬੁੱਧੀਮਾਨ ਹੈ। ਜਿਹਨੂੰ ਬਾਕੀ ਨੀਤੀ ਦੇ ਮਾਰਗ, ਦਾਮ, ਦੰਡ, ਭੇਦ ਨਹੀਂ ਵਰਤਨੇ ਪੈਂਦੇ, ਕੇਵਲ ਸਾਮ ਨਾਲ ਹੀ ਉਹ ਸਾਰੇ ਜਿਹੜੇ ਮੋਰਚੇ ਆ ਉਹ ਫਤਿਹ ਕਰ ਲੈਂਦਾ, ਜਾਂ ਸਾਰੇ ਕਾਰਜ ਸੰਪੰਨ ਕਰ ਲੈਂਦਾ। ਉਹ ਸਭ ਤੋਂ ਦਾਨਸ਼ਮੰਦ ਹੈ। ਜੇ ਇਸ ਤੇ ਨਹਿ ਬਾਂਸ਼ਾ ਪੁਰੈ। ਤੇ ਜੇ ਸਾਮ ਨਾਲ ਵੀ ਇੱਛਾ ਨਾ ਪੂਰੀ ਹੋਵੇ, ਗੱਲ ਨਾ ਬਣੇ, ਦਾਮ ਦੇਨ ਕੋ ਸ਼ੋਭ ਮਤ ਧਰੈ। ਤਾਂ ਫਿਰ ਸ੍ਰੇਸ਼ਟ ਮਤ ਦੁਆਰਾ ਵਿਚਾਰ ਕੇ ਜਿਹੜਾ ਦਾਮ ਹੈ, ਮਾਮਲਾ ਹੈ, ਮਾਇਆ ਹੈ, ਇਹ ਦੇਣੀ ਬਣਦੀ ਹੈ। ਮਾਇਆ ਦੇ ਕੇ ਤੇ ਫਿਰ ਆਪਣੀ ਖੇਡ ਬਣਾ ਲਵੇ। ਪਰ ਕੇ ਔਰ ਲਾਲਚ ਉਪਜਾਏ। ਪਰਾਏ ਦੇ ਭਾਵ ਦੂਜੇ ਦੇ ਹਿਰਦੇ ਦੇ ਵਿੱਚ ਲਾਲਚ ਪੈਦਾ ਕਰਕੇ, ਦੂਜੇ ਦੇ ਹਿਰਦੇ ਦੇ ਵਿੱਚ ਮਾਇਆ ਦਾ ਲੋਭ ਉਤਪੰਨ ਕਰਕੇ ਆਪਨੋ ਕਾਰਜ ਲਏ ਬਣਾਏ। ਤੇ ਆਪਣਾ ਕਾਰਜ ਬਣਾ ਲਵੇ, ਆਪਣਾ ਕਾਰਜ ਜਿਹੜਾ ਹੈ ਉਹਨੂੰ ਸੁਧਾਰ ਲਵੇ ਮਾਇਆ ਦੇ ਕੇ। ਸੋ ਪੂਰਬ ਤੇ ਲਗ ਮਤ ਅਹਈ। ਉਹ ਵੀ ਸਿਆਣਾ ਪੁਰਸ਼ ਹੈ ਜੋ ਮਾਇਆ ਦੇ ਕੇ ਆਪਣਾ ਕੰਮ ਕੱਢ ਲੈਂਦਾ, ਪਰ ਪਹਿਲੇ ਨਾਲੋਂ ਗੌਣ ਹੈ। ਸਭ ਤੋਂ ਸਿਆਣਾ ਤਾਂ ਹੈ ਜਿਹੜਾ ਪ੍ਰੇਮ ਨਾਲ, ਸੁਲਹ ਨਾਲ ਹੀ ਸਾਰੀ ਵਿਗੜੀ ਗੱਲ ਨੂੰ ਸੁਧਾਰ ਲਵੇ। ਤੇ ਜਿਹੜਾ ਦਾਮ ਦੇ ਕੇ ਆਪਣਾ ਕਾਰਜ ਕਢਵਾ ਲੈਂਦਾ ਉਹ ਵੀ ਭਾਈ ਸਿਆਣਾ ਹੀ ਹੈ। ਰਾਜਨੀਤ ਗਿਆਤਾ ਇਮ ਕਹਈ। ਜਿਹੜੇ ਰਾਜਨੀਤੀ ਦੇ ਗਿਆਤਾ ਹਨ, ਭਰਥਰੀ ਵਰਗੇ, ਚਾਣਕਿਆ ਵਰਗੇ, ਉਹ ਇਸ ਤਰ੍ਹਾਂ ਕਹਿੰਦੇ ਐ, ਇਨ ਦੋਇਨ ਤੇ ਕਾਜ ਨਾ ਬਣੈ। ਜੇ ਇਹ ਦੋ ਜੁਗਤੀਆਂ ਅਪਣਾ ਕੇ ਵੀ ਗੱਲ ਨਾ ਬਣੇ, ਦੋਹਾਂ ਦੁਆਰਾ ਵੀ ਖੇਡ ਨਾ ਬਣੇ, ਤ੍ਰਿਤੀਏ ਭੇਦ ਕਰਬੋ ਪੁਨ ਭਨੈ। ਤੇ ਨੀਤੀ ਕਹਿੰਦੀ ਹੈ ਫਿਰ ਤੀਜਾ ਮਾਰਗ ਅਪਣਾ ਲੈਣਾ ਚਾਹੀਦਾ, ਤੀਜੀ ਜੁਗਤੀ ਵਰਤ ਲੈਣੀ ਚਾਹੀਦੀ ਹੈ। ਤੇ ਸ਼ਤਰੂ ਦੇ ਨਿਕਟਵਰਤੀਆਂ ਦੇ ਵਿੱਚ ਭੇਦ ਫਰਕ ਪਾ ਦੇਣਾ ਚਾਹੀਦਾ, ਆਪਸੀ ਉਹਨਾਂ ਨੂੰ ਤੋੜ ਦੇਣਾ ਚਾਹੀਦਾ ਹੈ। ਪਰ ਕੇ ਭਟ ਕਹਿ ਸਚਵ ਸਿਆਨੇ। ਪਰਾਏ ਸ਼ਤਰੂ ਦੇ ਜਿਹੜੇ ਭੱਟ ਸੂਰਮੇ ਹੈ, ਸੈਨਾਪਤੀ ਹਨ, ਉਹਦੇ ਨਿਕਟਵਰਤੀ ਵਜ਼ੀਰ ਹਨ, ਉਹਦੇ ਸਖਾ ਹਨ, ਇਹ ਜਿਹੜੇ ਹੈ ਕਿਦੌਮ ਸਾਹਿਬ ਸਖਾ ਪਛਾਨੇ। ਜਾਂ ਫਿਰ ਜਿਹੜੇ ਸਚਿਵ ਮੰਤਰੀ ਹੋਣ, ਮੁਸੈਬ ਸਭਾ ਸਦ ਹੋਣ, ਕੋਈ ਬਾਲ ਸਖਾ ਮਿੱਤਰ ਹੋਣ,
ਇਤਿਆਦਿਕ ਪਰ ਕੇ ਅਪਨਾਏ। ਇਤਿਆਦ ਜਿਹੜੇ ਪਰ ਕੇ ਨਾਮ ਪਰਾਏ ਦੇ ਆ ਉਹਨਾਂ ਨੂੰ ਅਪਣਾ ਲਵੇ। ਆਪਣਾ ਕਾਰਜ ਜੇ ਨਾ ਸਾਮ ਦਾਮ ਨਾਲ ਬਣੇ ਤੇ ਦੰਡ ਦੀ ਨੀਤੀ ਵਰਤਦਿਆਂ ਹੋਇਆਂ ਸ਼ਤਰੂ ਦੇ ਪਰਿਵਾਰ ਵਿੱਚ, ਉਹਦੀ ਰਾਜ ਸਭਾ ਦੇ ਵਿੱਚ, ਉਹਦੇ ਮੰਤਰੀ ਗਣਾਂ ਦੇ ਵਿੱਚ ਆਪਸੀ ਫੁੱਟ ਪਾ ਦੇਣਾ ਕਰੇ। ਦਰਬ ਕੇ ਆਦਰ ਆਦਿਕ ਗਾਏ। ਜਿਵੇਂ ਕਿਵੇਂ ਵੀ ਧਨ ਦੇ ਕੇ, ਆਦਰ ਦੇ ਕੇ, ਸਨਮਾਨ ਦੇ ਕੇ, ਲਾਲਚ ਦੇ ਕੇ ਸ਼ਤਰੂ ਦੇ ਜਿਹੜੇ ਮੁਸਾਹਿਬ ਹਨ, ਸਭਾਸਦ ਹਨ, ਉਹਨਾਂ ਨੂੰ ਅਪਣਾ ਲਵੇ। ਇਸ ਤੇ ਆਪਣੋ ਕਾਰਜ ਕਰੈ। ਤੇ ਇਸ ਤਰ੍ਹਾਂ ਆਪਣਾ ਕਾਰਜ ਸਿੱਧ ਕਰ ਲਵੇ। ਜੋ ਮਹਿ ਪਾਲਕ ਸ਼ੋਭ ਮਤ ਧਰੈ। ਜਿਹੜਾ ਮਹਿ ਪਾਲਕ ਰਾਜਾ ਸ੍ਰਿਸ਼ਟ ਮਤ ਦਾ ਧਾਰਨੀ ਹੈ। ਜੇ ਦੀਨਹ ਤੇ ਪੁਰਹਿ ਨਾ ਲਾਲਸ। ਉਹ ਫਿਰ ਇਸ ਤਰ੍ਹਾਂ ਕਰਦਾ ਜੇ ਤਿੰਨ ਜੁਗਤੀਆਂ ਵਰਤਨ ਨਾਲ ਵੀ ਲਾਲਸਾ ਪੂਰੀ ਨਾ ਹੋਵੇ, ਸਾਮ ਦਾਮ ਭੇਦ ਨਾਲ ਵੀ ਨਾ ਗੱਲ ਬਣੇ। ਬਾਹਰ ਨਾ ਕਰੈ ਲਰਨ ਕੋ ਆਲਸ। ਫਿਰ ਜਿਹੜਾ ਦਾਨਸ਼ਮੰਦ ਖਸ਼ਤਰੀ ਰਾਜਾ ਹੈ ਉਹ ਲੜਨ ਵਿੱਚ ਫਿਰ ਆਲਸ ਨਹੀਂ ਕਰਦਾ। ਚੌਥਾ ਜਿਹੜਾ ਇਹ ਮਾਰਗ ਜੁਗਤੀ ਹੈ ਦੰਡ ਵਾਲੀ, ਉਹ ਇਸ ਨੂੰ ਅਪਣਾ ਲੈਂਦਾ ਹੈ। ਚਾਰਹੁ ਮਹਿ ਜੇ ਪੁਰਖ ਸਿਆਣੇ। ਤੇ ਚਾਰਾਂ ਵਿੱਚ ਜਿਹੜੇ ਸਿਆਣੇ ਪੁਰਖ ਹਨ, ਕੂਰ ਕਪਟ ਕੇ ਨਿਪਟ ਸੋ ਠਾਨੇ। ਸਿਆਣਿਆਂ ਤੋਂ ਭਾਵ ਹੈ ਚਤੁਰਾਂ ਦਾ, ਜਿਹੜੇ ਬੁੱਧੀ ਦੀ ਚਤੁਰਾਈ ਨੂੰ ਜਾਣਦੇ ਆ। ਸੋ ਐਸੇ ਜਿਹੜੇ ਚਾਰਾਂ ਨਾਲੋਂ ਹੀ ਅਧਿਕ ਚਤੁਰ ਹਨ, ਅਧਿਕ ਦਾਨਸ਼ਮੰਦ ਹਨ, ਉਹ ਕੀ ਕਰਦੇ ਹਨ ਕਿ ਕਹਿੰਦੇ ਐ ਕੂਰ ਕਪਟ ਕੋ ਨਿਪਟ ਸੋ ਠਾਨੇ। ਉਹ ਫਿਰ ਝੂਠ ਬੋਲ ਕੇ, ਕਪਟ ਛਲ ਕਰਕੇ ਤੇ ਇਸ ਤਰ੍ਹਾਂ ਫਿਰ ਆਪਣਾ ਕਾਰਜ ਕਢਾ ਲੈਂਦੇ ਆ। ਨਿਪਟ ਸੋ ਜਾਣੇ, ਨਿਸ਼ਚੈ ਕਰਕੇ ਵਿਚਾਰ ਕੇ ਜਾਣੋ ਕਿ ਜਿਹੜੇ ਇਹਨਾਂ ਸਾਮ ਦਾਮ ਭੇਦ ਦੰਡ ਨੀਤੀ ਦੇ ਚਾਰ ਇਹ ਜੁਗਤੀਆਂ ਢੰਗ, ਇਹਨਾਂ ਚੌਹਾਂ ਨਾਲੋਂ ਵੀ ਜਿਹੜੇ ਸਿਆਣੇ ਹੈ, ਸਿਆਣੇ ਭਾਵ ਚਤੁਰਾਂ ਤੋਂ ਹੈ। ਜਿਹੜੇ ਚਤੁਰ ਹੈ ਉਹ ਕੀ ਕਰਦੇ ਹੈ, ਬੁੱਧੀ ਦੀ ਛਲ ਫਰੇਬਤਾ ਕਪਟ ਦੇ ਨਾਲ ਆਪਣਾ ਕਾਰਜ ਜਿਹੜਾ ਉਹ ਕਢਵਾ ਲੈਂਦੇ ਹੈ। ਇਨ ਤੇ ਹੀ ਕਾਰਜ ਸ਼ੁਭ ਬਨਹੀ। ਤੇ ਇਹਦੇ ਨਾਲ ਹੀ ਭਾਵ ਛਲ ਫਰੇਬ ਕਰਕੇ ਹੀ ਕਾਰਜ ਜਿਹੜਾ ਉਹ ਬਣ ਜਾਂਦਾ ਹੈ। ਪਰ ਕੇ ਸਾਥ ਰਹਿ ਛਲ ਸਨਹੀ। ਇਹ ਪਰਾਏ ਦੇ ਨਾਲ, ਸ਼ਤਰੂ ਨਾਲ ਛਲ ਧਾਰਨ ਕਰਕੇ ਰਵੇ, ਅਰਥਾਤ ਮਨ ਵਿੱਚ ਸ਼ਤਰਤਾ ਹੀ ਰਵੇ ਪਰ ਬਾਹਰੋਂ ਉਹਦੇ ਨਾਲ ਮੇਲ ਜੋਲ ਕਰਕੇ ਰਵੇ। ਇਤਿਆਦਿਕ ਮਤ ਕੁਟਲ ਕਠੋਰਾ। ਇਤਿਆਦ ਕੁਟਲ ਟੇਢੇ ਮਨ ਵਾਲਾ, ਕਠੋਰ ਬੁੱਧੀ ਵਾਲਾ, ਇਹ ਜਿਹੜਾ ਭੀਮ ਚੰਦ ਹੈ ਛਲੀਆ। ਗਿਨਤ ਗਟੀ ਗਮਨਿਓ ਘਰ ਊਰਾ। ਗਿਣਤੀਆਂ ਮਿੰਤੀਆਂ ਗਿਣਦੇ ਆਪਣੇ ਘਰ ਨੂੰ ਚਲਿਆ ਗਿਆ। ਇਤ ਸਤਿਗੁਰ ਸੁਖ ਪਾਏ ਕਨੇਰੇ। ਇੱਧਰ ਕਲਗੀਧਰ ਪਾਤਸ਼ਾਹ ਸਤਿਗੁਰੂ ਸ੍ਰੀ ਅਨੰਦਪੁਰ ਸਾਹਿਬ ਨਗਰੀ ਅੰਦਰ ਅਨੇਕ ਤਰ੍ਹਾਂ ਦੇ ਸੁਖ ਮਾਣ ਰਹੇ ਹੈ। ਬਚਨ ਬਿਲਾਸ ਕਰਹਿ ਜੁਧ ਕੇਰੇ। ਤੇ ਜੰਗ ਯੁੱਧ ਦੇ ਬਚਨ ਬਿਲਾਸ ਕਰਦੇ ਰਹਿੰਦੇ ਹੈ। ਬੋਏ ਬੀਜ ਸੰਗਰਾਮ ਕਰਨ ਕੋ। ਸੰਗਰਾਮ ਯੁੱਧ ਕਰਨ ਦਾ ਬੀਜ ਸਤਿਗੁਰਾਂ ਨੇ ਬੋ ਦਿੱਤਾ ਹੋਇਆ। ਭੀਮ ਚੰਦ ਦਾ ਮਨ ਜੋ ਮਾਇਆ ਵਰਤਾ ਕੇ ਪ੍ਰਮਾ ਦਿੱਤਾ ਹੈ ਨਾ, ਮਨ ਯੁੱਧ ਦਾ ਬੀਜ ਕਲਗੀਆਂ ਵਾਲੇ ਨੇ ਬੋ ਦਿੱਤਾ ਹੈ। ਯਥਾ ਪਿਤਾਮਾ ਚਾਹੇ ਲਰਨ ਕੋ। ਜਿਵੇਂ ਦਾਦਾ ਸਤਿਗੁਰੂ ਲੜਨਾ ਚਾਹੇ ਸੀ
ਤੇ ਸ਼ਾਹਜਹਾਂ ਦਾ ਬਾਜ ਫੜ ਲਿਆ ਸੀ ਨਾ। ਬਾਜਾਂ ਦਾ ਕਿਹੜਾ ਘਾਟਾ ਸੀ ਗੁਰਾਂ ਕੋਲ, ਪਰ ਕੋਈ ਬਹਾਨਾ ਬਣਾਉਣਾ ਸੀ ਨਾ ਯੁੱਧ ਦਾ, ਤੇ ਸ਼ਾਹਜਹਾਂ ਦਾ ਬਾਜ ਫੜ ਲਿਆ ਤੇ ਦਿੱਤਾ ਹੀ ਨਹੀਂ। ਕਹਿੰਦੇ ਜੋ ਕਰਨਾ ਕਰ ਲਓ, ਨਹੀਂ ਦਿੰਦੇ ਅਸੀਂ। ਤੇ ਫਿਰ ਜੰਗਾਂ ਸ਼ੁਰੂ ਹੋਈਆਂ, 1 2 4 ਜੰਗਾਂ ਹੋਈਆਂ। ਜੰਗ ਦਾ ਬੀਜ ਜਿਵੇਂ ਮੀਰੀ ਪੀਰੀ ਦੇ ਪਾਤਸ਼ਾਹ ਸਤਿਗੁਰਾਂ ਨੇ ਬੋਇਆ ਸੀ, ਉਸੇ ਤਰ੍ਹਾਂ ਧੰਨ ਕਲਗੀਧਰ ਪਾਤਸ਼ਾਹ ਜੀ ਨੇ ਵੀ ਜੰਗ ਦਾ ਬੀਜ ਬੋ ਦਿੱਤਾ ਹੈ। ਧਨ ਵਿਦਿਆ ਕੋ ਨਿਤ ਅਭਿਆਸ ਹੈ। ਤੇ ਨਿਤਾ ਪ੍ਰਤੀ ਧਨਖ ਵਿਦਿਆ ਦਾ ਅਭਿਆਸ ਸਤਿਗੁਰੂ ਜੀ ਕਰਦੇ ਹੈ। ਅਪਰ ਸਰਬ ਭਾਟ ਕਰਹਿ ਜੇ ਪਾਸ ਹੈ। ਹੋਰ ਜਿਹੜੇ ਸੂਰਮੇ ਕੋਲ ਰਹਿੰਦੇ ਆ ਉਹ ਵੀ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਆ। ਭੁਜ ਦੰਡਨ ਮਹਿ ਓਜ ਵਧਾਵਹਿ। ਆਪਣੀਆਂ ਬਾਹਾਂ ਦੇ ਵਿੱਚ ਓਜ ਬਲ ਵਧਾਉਂਦੇ ਆ। ਐਂਚ ਕਵਾਦਾ ਕਰਨ ਟਿਕਾਵਹਿ। ਤੇ ਕਵਾਦਾ ਨੂੰ ਖਿੱਚ ਕੇ, ਕਵਾਦਾ ਜਿਹੜਾ ਨਰਮ ਤਨਖ ਹੋਵੇ ਅਭਿਆਸ ਵਾਸਤੇ, ਇੱਕ ਹੁੰਦਾ ਕਠੋਰ ਤਨਖ, ਇੱਕ ਨਰਮ ਹੁੰਦਾ ਜਿਹਨੂੰ ਕਵਾਦਾ ਕਿਹਾ ਜਾਂਦਾ। ਸੋ ਆਪਣੇ ਹੱਥ ਟਿਕਾਉਣ ਵਾਸਤੇ ਕਵਾਦਾ ਜਿਹੜੇ ਨਰਮ ਤਨਖ ਉਹ ਚਲਾਉਂਦੇ ਸਿੱਖ। ਦੀਹ ਖਾਕ ਤੋਦਾ ਬਨਵਾਵਹਿ। ਵੱਡਾ ਖਾਕ ਤੋਦਾ ਕਹੀਏ, ਇੱਕ ਮਿੱਟੀ ਦੀ ਢੇਰੀ ਬਣਾ ਲੈਂਦੇ ਐ। ਬਾਲ ਤੇ ਲੈਸਾਂ ਸਕਲ ਤਸਾਵਹਿ। ਤੇ ਬਲਪੂਰਵਕ ਕਮਾਨ ਦੀ ਪ੍ਰਤਿਅੰਚਾ ਨੂੰ ਖਿੱਚ ਕੇ ਤੇ ਤੀਰ ਉਸ ਦੇ ਵਿੱਚ ਖੁਹਾਉਂਦੇ ਹਨ। ਜਿਹੜੀ ਖਾਕ ਤੋਦਾ ਬਣਾਈ ਹੈ ਨਾ ਸਾਹਮਣੇ ਮਿੱਟੀ ਦੀ ਨਿਸ਼ਾਨੀ ਢੇਰੀ, ਉਹਦੇ ਵਿੱਚ ਤੀਰ ਚਲਾ ਕੇ ਮਾਰਦੇ ਐ। ਕਮਾਨ ਦੀ ਪ੍ਰਤਿਅੰਚਾ ਨੂੰ ਖਿੱਚ ਕੇ ਚਲਾਉਂਦੇ ਆ। ਤੇ ਉਹ ਤੀਰ ਜਿਹੜੇ ਹਨ ਉਹ ਕਥਨ ਕਰਦੇ ਆ ਕਵੀ ਜੀ ਕਿ ਐਸੇ ਤੀਰ ਹਨ ਲੈਂਸਾਂ ਸਕਲ ਤਸਾਵੈ। ਲੈਸਾਂ ਹੁੰਦੇ ਆ ਜਿਹੜੇ ਅਭਿਆਸ ਵਾਸਤੇ ਤੀਰ ਬਣਾਏ ਗਏ ਹੋਣ। ਉਹਨਾਂ ਦੀ ਕਾਨੀ ਵੀ ਲੰਬੀ ਹੁੰਦੀ, ਮੁਖੀ ਵੀ ਲੰਬੀ ਹੁੰਦੀ ਹੈ ਤੇ ਪਤਲੀ ਹੁੰਦੀ। ਅਭਿਆਸ ਵਾਸਤੇ ਉਹ ਤੀਰ ਬਣਾਏ ਹੋਏ ਹੁੰਦੇ ਹਨ ਜਿਨ੍ਹਾਂ ਨੂੰ ਲੈਸਾਂ ਕਿਹਾ ਜਾਂਦਾ। ਸੋ ਅਭਿਆਸ ਵਾਸਤੇ ਜਦੋਂ ਕਵਾਦ ਜਿਹੜਾ ਨਰਮ ਧਨਖ ਹੈ ਉਹਦੀ ਪ੍ਰਤਿਅੰਚਾ ਵਿੱਚ ਤੀਰ ਦੀ ਬਾਂਗਰ ਜੋੜ ਕੇ ਛੱਡਦੇ ਤੇ ਉਹ ਨਿਸ਼ਾਨੇ ਨੂੰ ਵਿੰਨ੍ਹਦੀ ਹੈ। ਰਾਖਹਿ ਦੀਰਗ ਦੂਰ ਨਿਸ਼ਾਨਾ। ਬਹੁਤ ਦੂਰ ਨਿਸ਼ਾਨਾ ਰੱਖਦੇ ਆ ਜਿੱਥੇ ਤੀਰ ਚਲਾਉਣੇ ਆ। ਹਤ ਹੈ ਬੀਜ ਤੇ ਛੂਟਹਿ ਬਾਨਾ। ਅਤੇ ਛੂਟਹਿ ਬਾਨਾ, ਜਦੋਂ ਤੀਰ ਚੱਲਦੇ ਆ ਤੇ ਜਿਹੜਾ ਨਿਸ਼ਾਨਾ ਮਿੱਟੀ ਦਾ ਬਣਾ ਕੇ ਤੇ ਸਾਹਮਣੇ ਰੱਖਿਆ ਉਹਦੇ ਵਿੱਚੋਂ ਦੀ ਤੀਰ ਪਰੋ ਦਿੰਦੇ ਆ। ਦੂਰ ਦਰਾਜ਼ੀ ਕਿਤਕ ਪ੍ਰਹਾਰ ਹੈ। ਕਈ ਜਿਹੜੇ ਬਹੁਤ ਦੂਰ ਅੰਦਾਜ਼ੀ ਹਨ, ਦੂਰ ਦਰਾਜੀ ਭਾਵ ਬਹੁਤ ਦੂਰ ਤੀਰ ਘੱਲ ਦੇਣ ਵਾਲੇ, ਉਹ ਕਠੋਰ ਤਨਖਾਂ ਦੇ ਨਾਲ ਤੀਰ ਚਲਾਉਂਦੇ ਐ। ਕੋਸਨ ਲਾਗ ਪਹੁੰਚਹਿ ਨਾ ਨਿਹਾਰ ਹੈ। ਕੋਹਾਂ ਤੱਕ ਦੂਰ ਤੀਰ ਪਹੁੰਚ ਜਾਂਦੇ ਫਿਰ ਦਿਸਦੇ ਹੀ ਨਹੀਂ। ਜਿਤਕ ਸਰਾਸਨ ਵਿਦਿਆ ਹੋਤ। ਜਿੰਨੀ ਵੀ ਤੀਰੰਦਾਜ਼ੀ ਦੀ ਵਿਦਿਆ ਹੁੰਦੀ ਹੈ ਭਟਨ ਦਿਖਾਵਹਿ ਕਰਨ ਉਦੋਤ। ਅਤੇ ਭਟਨ ਨਾਮ ਸੂਰਮਿਆਂ ਨੂੰ ਕਲਗੀਆਂ ਵਾਲੇ ਪਾਤਸ਼ਾਹ ਜੀ ਉਤਸ਼ਾਹਿਤ ਕਰਨ ਵਾਸਤੇ ਆਪ ਅਭਿਆਸ ਕਰਕੇ ਵਿਖਾਉਂਦੇ ਐ। ਹੇਰ ਹੇਰ ਨਰ ਗਨ ਬਿਸਮਾਵਹਿ। ਗੁਰਾਂ ਦੀ ਇਸ ਧਨਖ ਵਿਦਿਆ ਨੂੰ ਵੇਖ ਵੇਖ ਲੋਕਾਈ ਬਿਸਮੈ ਹੁੰਦੀ ਹੈ, ਲੋਕ ਹੈਰਾਨ ਹੁੰਦੇ ਐ। ਗੁਰ ਕਰ ਸਕਹਿ ਅਪਰ ਕਿਮ ਪਾਵਹਿ। ਕੋਹਾਂ ਦੂਰ ਤੀਰ ਘੱਲਦੇ ਨੇ, ਇਹ ਕਲਗੀਆਂ ਵਾਲੇ ਹੀ ਕਰ ਸਕਦੇ ਆ, ਹੋਰ ਕੌਣ ਕਰ ਸਕਦਾ, ਅਰਥਾਤ ਨਹੀਂ ਕਰ ਸਕਦਾ। ਯਹ ਕਹਿ ਤੀਰਨ ਕੇਰ ਪ੍ਰਸੰਗ। ਜਿੱਥੇ ਕਿਥੇ ਤੀਰਾਂ ਦੇ ਹੀ ਪ੍ਰਸੰਗ ਚੱਲ ਰਹੇ ਐ। ਪ੍ਰਗਟ ਭਇਓ ਜਗ ਮਹਿ ਰਿਪ ਭੰਗ।
ਇਹ ਸ਼ਤਰੂਆਂ ਦਾ ਨਾਸ ਕਰਨ ਵਾਲੇ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਤੀਰੰਦਾਜ਼ੀ ਦੇ ਵਿੱਚ ਬੜੇ ਵੱਡੇ ਮਹਾਰਥੀ ਹਨ ਤੇ ਸ਼ਤਰੂਆਂ ਦਾ ਰਣ ਭੂਮੀ ਦੇ ਵਿੱਚ ਵਿਨਾਸ਼ ਕਰਨ ਵਿੱਚ ਸਕਸ਼ਮ ਹਨ। ਐਸੀ ਗੁਰੂ ਉਪਮਾ ਵਿਦਿਤ ਹੋਈ ਹੈ। ਗੁਰੂ ਬਾਨ ਕੇ ਆਨ ਸਮਾਨਾ, ਗੁਰਾਂ ਦੇ ਤੀਰਾਂ ਦੇ ਬਰਾਬਰ ਹੋਰ ਤੀਰ ਨਹਿ ਦਿਖਿਅਤ ਵਿੱਚ ਸਰਬ ਜਹਾਨਾ। ਸਾਰੇ ਜਹਾਨ ਸੰਸਾਰ ਵਿੱਚ ਹੀ ਨਹੀਂ ਦਿਖਾਈ ਦਿੰਦਾ। ਯਹ ਕਹਿ ਸੁਨਹਿ ਸੁਨਾਵਹਿ ਕੋਈ, ਕਿਥੇ ਕਿਥੇ ਕੋਈ ਸੁਣਦਾ ਹੈ ਸੁਣਾਉਂਦਾ ਹੈ। ਵਿਦਿਆ ਸਰਨ ਸਲਾਹ ਹੈ ਸੋਈ, ਗੁਰਾਂ ਦੀ ਤੀਰੰਦਾਜ਼ੀ ਦੀ ਵਿਦਿਆ ਨੂੰ ਸਲਾਉਂਦੇ ਹੈ। ਚੜ੍ਹੈ ਪ੍ਰਸਾਦੀ ਗਾਜ ਪਰ ਕਬੈ, ਕਦੇ ਸਤਿਗੁਰੂ ਜੀ ਪ੍ਰਸ਼ਾਦੀ ਹਾਥੀ ਤੇ ਵੀ ਚੜ੍ਹਦੇ ਹੈ। ਵਿਚਰਹਿ ਕਾਨਣ ਮਹਿ ਗੁਰ ਤਬੈ, ਤੇ ਜੰਗਲ ਵਿੱਚ ਜਾ ਵਿਚਰਦੇ ਹੈ। ਕਬਹੂ ਬਲੀ ਤੁਰੰਗ ਅਰੂ ਹੈ, ਕਦੇ ਬਲੀ ਘੋੜੇ ਤੇ ਸਵਾਰ ਹੁੰਦੇ ਹੈ। ਮੋਰ ਮਨਿੰਦ ਮੋਰ ਗਨ ਜੋ ਹੈ, ਤੇ ਮੋਰ ਮਨਿੰਦ ਜਿਸ ਤਰ੍ਹਾਂ ਬੱਦਲ ਕਾਲੀਆਂ ਘਟਾਵਾਂ ਨੂੰ ਵਹਿੰਦੇ ਆ ਨਾ, ਇਸੇ ਤਰ੍ਹਾਂ ਸਮੂਹ ਲੁਕਾਈ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰਾਂ ਦੀ ਫੌਜ ਦੀ ਜਦੋਂ ਚੜ੍ਹਾਈ ਹੁੰਦੀ ਹੈ, ਮਾਨੋ ਬੱਦਲਾਂ ਦੀਆਂ ਕਾਲੀਆਂ ਘਟਾਵਾਂ ਉਮੜ ਕੇ ਆ ਰਹੀਆਂ। ਮੋਰਾਂ ਵੱਤ ਲੋਕੀ ਵਹਿੰਦੇ ਹੈ। ਕਬਹੁ ਮਤੰਗ ਔਰ ਜੋ ਪਾਸ, ਕਦੇ ਹੋਰ ਜਿਹੜੇ ਹਾਥੀ ਕੋਲ ਹੈ, ਦੇਸ ਪਰ ਚੜ੍ਹੈ ਅਨੇਕ ਬਿਲਾਸ, ਅਨੇਕਾਂ ਵਿਲਾਸ ਕੌਤਕ ਕਰਨ ਵਾਸਤੇ ਕਦੇ ਹੋਰ ਹਾਥੀਆਂ ਤੇ ਸਵਾਰ ਹੁੰਦੇ ਹੈ। ਰਾਜਨੀਤ ਵਰਤ ਹੈ ਜਿਮ ਰਾਜਾ, ਜਿਵੇਂ ਰਾਜੇ ਲੋਕ ਰਾਜਨੀਤੀ ਵਿੱਚ ਵਰਤਦੇ ਹੈ। ਨਿਤ ਬਿਰਧਾਵਹਿ ਰਾਜ ਸਮਾਜਾ, ਤਥਾ ਹੀ ਨਿਤਾ ਪ੍ਰਤੀ ਰਾਜ ਦਾ ਸਮਾਜ ਗੁਰੂ ਵਧਾ ਰਹੇ ਹੈ। ਸਨੇ ਸਨੇ ਸਿੱਖ ਸੈਨ ਸਕੀਲੈ, ਹੌਲੀ ਹੌਲੀ ਸਿੱਖਾਂ ਦੀ ਸੈਨਾ ਗੁਰਦੇਵ ਇਕੱਤਰਤ ਕਰ ਰਹੇ ਹੈ। ਬਸਤਰ ਸ਼ਸਤਰ ਤੇਜੇ ਬਨ ਸ਼ੈਲੈ, ਜਿਹੜੇ ਸ਼ੈਲ ਸ਼ਬੀਲੇ ਨੌਜਵਾਨ ਗੱਭਰੂ ਹੈ, ਸ਼ਸਤਰਾਂ ਬਸਤਰਾਂ ਨਾਲ ਸੁਸੱਜਿਤ ਕਰਕੇ ਉਹਨਾਂ ਨੂੰ ਫੌਜ ਵਿੱਚ ਗੁਰਦੇਵ ਭਰਤੀ ਕਰਦੇ ਰੱਖਦੇ। ਦੇਸ਼ ਵਿਦੇਸ਼ਨ ਤੇ ਨਰ ਆਵੈ, ਦੇਸ਼ਾਂ ਤਥਾ ਵਿਦੇਸ਼ਾਂ ਤੋਂ ਮਨੁੱਖ ਆਉਂਦੇ। ਆਯੁਧ ਹੈ ਨ ਉਪਾਇ ਨ ਲਿਆਵੈ, ਕੋਈ ਆਯੁਧ ਸ਼ਸਤਰ, ਕੋਈ ਹੈ ਨ ਘੋੜੇ ਹੈ ਹਾਥੀ ਤੇ ਘੋੜੇ ਲੈ ਕੇ ਆਉਂਦੇ ਹੈ। ਵਧਹਿ ਤਬੇਲਾ ਦਿਨ ਪ੍ਰਾਤ ਘਨੋ, ਹੈ ਘੋੜੇ ਤੇ ਗਏ ਹਾਥੀ। ਸੋ ਇਸ ਤਰ੍ਹਾਂ ਕਹਿੰਦੇ ਹੈ ਕਿ ਘੋੜਿਆਂ ਦਾ ਤਬੇਲਾ ਬੜਾ ਵੱਧਦਾ ਜਾ ਰਿਹਾ ਹੈ। ਦੇਤ ਆਹਾਰ ਸਿਤਾ ਘ੍ਰਿਤ ਸਨੋ, ਘਿਓ ਖੰਡ ਨਾਲ ਮਿਲੇ ਆਹਾਰ ਭੋਜਨ ਘੋੜਿਆਂ ਨੂੰ ਦਿੱਤੇ ਜਾਂਦੇ ਹੈ। ਫੁੱਲਹਿ ਦਿਹਾਰੀ ਲੈ ਸਮੁਦਾਏ, ਤੇ ਇਸ ਤਰ੍ਹਾਂ ਲੇ ਸਮੁਦਾਏ ਜਦੋਂ ਦਿਹਾੜੀ ਖੁੱਲ੍ਹਦੀ ਭਾਵ ਸ਼ਾਮਾਂ ਦਾ ਵੇਲਾ ਹੁੰਦਾ ਹੈ, ਤੇ ਕਈ ਜਿਹੜੇ ਰੋਜ਼ ਦੀ ਰੋਜ਼ ਮਾਮਲਾ ਲੈਂਦੇ ਉਹਨਾਂ ਨੂੰ ਦਿਹਾੜੀ ਦਾ ਮਾਮਲਾ ਸ਼ਾਮਾਂ ਨੂੰ ਮਿਲ ਜਾਂਦਾ ਹੈ। ਲੋਕ ਹਜ਼ਾਰਾਂ ਲੰਗਰ ਖਾਏ, ਹਜ਼ਾਰਾਂ ਲੋਕ ਗੁਰੂ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛਕਦੇ। ਦੇਹੇ ਭਟਨ ਕਉ ਗਿਨ ਦਰਮਾਹਾ, ਫਿਰ ਕਈ ਜਿਹੜੇ ਹੈ ਮਹੀਨੇ ਮਗਰੋਂ ਮਾਮਲਾ ਲੈਂਦੇ ਹੈ, ਉਹਨਾਂ ਨੂੰ ਦਰਮਾਹਾ ਜਿਹੜਾ ਮਹੀਨੇ ਮਗਰੋਂ ਉਹਨਾਂ ਦਾ ਤਨਖਾਹ ਬਣਦੀ ਮਾਮਲਾ ਬਣਦਾ ਉਹ ਦਿੰਦੇ। ਕਰਹਿ ਨੌਕਰੀ ਜੇ ਗੁਰ ਪਾਹਾ, ਜਿਹੜੇ ਗੁਰਾਂ ਕੋਲ ਨੌਕਰੀ ਕਰਦੇ ਹੈ। ਨਾਰ ਗਾਨ ਲੈ ਕੁਟੰਬ ਕੋ ਆਏ, ਅਨੇਕਾਂ ਮਨੁੱਖ ਕੁਟੰਬ ਪਰਿਵਾਰ ਲੈ ਕੇ ਆਉਂਦੇ।
ਬਸਹਿ ਆਨੰਦਪੁਰ ਮੈਂ ਸੁਖ ਪਾਏ। ਆਨੰਦਪੁਰ ਸਾਹਿਬ ਨਗਰੀ ਵਿੱਚ ਸੁਖ ਪੂਰਵਕ ਵਸਦੇ। ਰਹਿ ਪੌਰ ਪਰ ਭੀਰ ਕਨੇਰੀ। ਗੁਰੂ ਦਰਵਾਜ਼ੇ ਤੇ ਸੰਗਤਾਂ ਦੀ ਭੀੜਾ ਲੱਗੀ ਰਹਿੰਦੀ। ਦਰਸ਼ਨ ਦੇ ਨਿਕਸਹਿ ਕਿਸ ਬੇਰੀ। ਸਤਿਗੁਰੂ ਜੀ ਜਿਹੜੀ ਆਮ ਸਭਾ ਹੈ ਨਾ ਦੀਵਾਨ, ਉਹਦੇ ਵਿੱਚ ਕਦੇ ਕਦੇ ਆ ਕੇ ਦਰਸ਼ਨ ਦਿੰਦੇ। ਭਾਵੇਂ ਖਾਸ ਦਰਬਾਰ ਗੁਰਾਂ ਦਾ ਰੋਜ਼ ਲੱਗਦਾ ਹੀ ਹੈ, ਸ਼ਬਦ ਕੀਰਤਨ ਹੁੰਦਾ ਹੈ ਆਸਾ ਜੀ ਦੀ ਵਾਰ, ਪਰ ਜਿਹੜੀ ਆਮ ਸਭਾ ਦੀਵਾਨ ਹੈ ਦਮਦਮਾ ਸਾਹਿਬ ਲਾਉਂਦੇ ਉਹ ਪਾਤਸ਼ਾਹ ਕਦੇ ਕਦੇ ਲਾਉਂਦੇ। ਸੰਗਤ ਬਹੁ ਇਕੱਠੀ ਹੋਏ ਜਾਏ। ਜਦੋਂ ਸੰਗਤ ਬਹੁਤ ਵੱਡੀ ਗਿਣਤੀ ਵਿੱਚ ਇਕੱਠੀ ਹੋ ਜਾਵੇ, ਦੇਸ਼ ਵਿਦੇਸ਼ਨ ਤੇ ਚੱਲ ਆਏ। ਦੇਸ਼ਾਂ ਤਥਾ ਵਿਦੇਸ਼ਾਂ ਤੋਂ ਚੱਲ ਕੇ ਆਉਂਦੇ। ਕਰ ਕੋ ਜੋਰ ਮੇਵਰਾ ਕਹਿ। ਹੱਥ ਜੋੜ ਮੇਵੜਾ ਅਰਦਾਸੀਆ ਸਿੱਖ ਗੁਰਾਂ ਨੂੰ ਕਹਿੰਦਾ ਹੈ। ਸਿੱਖ ਗਨ ਮਿਲੇ ਦਰਸ ਕੋ ਚਹੈ। ਇਹ ਸਮੂਹ ਸਿੱਖ ਆਪ ਜੀ ਦੇ ਦਰਸ਼ਨਾਂ ਨੂੰ ਆਏ ਹੈ। ਦੋਏ ਤ੍ਰੈ ਬਾਰ ਕਰਹਿ ਸੁਧ ਆਸ਼ੇ। ਇਸ ਤਰ੍ਹਾਂ 2-3 ਵਾਰ ਜਦੋਂ ਗੁਰਾਂ ਨੂੰ ਇਹ ਸੁਧ ਖਬਰ ਮਿਲਦੀ, ਸਿੱਖ ਕਹਿੰਦੇ ਜੀ ਸੰਗਤਾਂ ਦਰਸ਼ਨਾਂ ਨੂੰ ਉਤਾਵਲੀਆਂ ਹਨ। ਜਗਤ ਆਪ ਕੇ ਦਰਸ਼ਨ ਬਾਂਸ਼ੇ। ਸਾਰਾ ਜਗਤ ਦਰਸ਼ਨ ਲੋਚਦਾ ਹੈ ਆਪ ਜੀ ਦੇ। ਬਸਤਰ ਸ਼ਸਤਰ ਕੋ ਭਲੇ ਸਜਾਵੈ। ਤਾਂ 2-2 3-3 ਦਿਨਾਂ ਮਗਰੋਂ ਜਦ ਆਮ ਦਰਬਾਰ ਸਜਦਾ ਹੈ, ਸ਼ਸਤਰਾਂ ਵਸਤਰਾਂ ਨਾਲ ਸੁਸੱਜਿਤ ਹੁੰਦੇ। ਸ਼੍ਰੀ ਸਤਿਗੁਰ ਫਿਰ ਬਾਹਰ ਆਵੈ। ਇਸ ਤਰ੍ਹਾਂ ਸਤਿਗੁਰੂ ਜੀ ਫਿਰ ਮਹਿਲਾਂ ਤੋਂ ਬਾਹਰ ਆ ਜਾਂਦੇ। ਜਦੋਂ ਸੰਗਤਾਂ ਦਾ ਇਕੱਠ ਹੋ ਜਾਂਦਾ, ਫਿਰ ਦਮਦਮਾ ਸਾਹਿਬ ਦਰਬਾਰ ਲਾਉਂਦੇ ਤੇ ਮਹਿਲਾਂ 'ਚੋਂ ਆ ਕੇ ਦਰਬਾਰ 'ਚ ਸਜਦੇ। ਸੁੰਦਰ ਸਦਨ ਸਭਾ ਕੋ ਜਹਾਂ। ਜਿੱਥੇ ਸਭਾ ਵਾਲਾ ਸਥਾਨ ਬੜਾ ਸੁੰਦਰ ਬਣਿਆ ਹੋਇਆ ਹੈ। ਬੈਠ ਸਿੰਘਾਸਨ ਸ਼ੋਭੈ ਤਹਾਂ। ਸਿੰਘਾਸਨ ਤੇ ਬੈਠੇ ਗੁਰਦੇਵ ਬੜੇ ਸ਼ੋਭਦੇ ਹੈ। ਉਮੜਹਿ ਸੰਗਤ ਕਈ ਹਜ਼ਾਰਾਂ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਉਮੜ ਕੇ ਆਉਂਦੀਆਂ। ਅਨਕ ਅਕੋਰਨ ਜੋਤ ਹਥਿਆਰਾਂ। ਅਨੇਕ ਸ਼ਸਤਰ ਤੇ ਭੇਟਾਵਾਂ ਲਿਆਉਂਦੀਆਂ। ਦਰਬ ਤੁਰੰਗ ਬਭੂਖਨ ਚੀਰ। ਧਨ ਘੋੜੇ ਗਹਿਣੇ ਬਸਤਰ। ਅਰਪਹਿ ਆਨ ਗੁਰੂ ਕੇ ਤੀਰ। ਗੁਰੂ ਵਿੱਚ ਆ ਕੇ ਸੰਗਤਾਂ ਅਰਪਦੀਆਂ। ਯਸ ਜਸ ਧਰੈ ਕਾਮ ਨਾ ਆਵੈ। ਜਿਹੋ ਜਿਹੀ ਜੀ ਕਾਮਨਾ ਧਾਰਨ ਕਰਕੇ ਸੰਗਤਾਂ ਆਉਂਦੀਆਂ। ਦਰਸ਼ਨ ਕਰਹਿ ਸਕਲ ਸੋ ਪਾਵੈ। ਦਰਸ਼ਨ ਕਰਕੇ ਤਥਾ ਮਨੋ ਬਾਂਛਤ ਵਰ ਪਾਉਂਦੀਆਂ ਸੰਗਤਾਂ। ਧਨ ਦਸੌਂਦ ਕੋ ਆਨਹਿ ਕੋਏ। ਕੋਈ ਦਸਵੰਧ ਦਾ ਮਾਮਲਾ ਲਿਆਉਂਦਾ। ਇਤਕ ਚਹਿਤ ਗੁਰ ਦਰਸ਼ਨ ਹੋਏ। ਕਈ ਗੁਰ ਦਰਸ਼ਨਾਂ ਦੀ ਇੱਛਾ ਰੱਖ ਕੇ ਆਉਂਦੇ। ਦੇਤ ਖੁਸ਼ੀ ਕੋ ਕਰਹਿ ਨਿਹਾਲ। ਸਤਿਗੁਰੂ ਜੀ ਖੁਸ਼ੀਆਂ ਬਖਸ਼ਦੇ ਤੇ ਨਿਹਾਲ ਕਰ ਦਿੰਦੇ। ਜੇਤ ਕੇਤ ਫੈਲਿਓ ਸੋ ਜਸ ਵਿਸਾਲ। ਕਿਥੇ ਕਿਥੇ ਗੁਰਾਂ ਦਾ ਉਜਵਲ ਜਸ ਫੈਲ ਗਿਆ। ਰਾਜ ਸਾਜ ਸਤਿਗੁਰ ਘਰ ਆਇਓ। ਰਾਜ ਦਾ ਸਾਜੋ ਸਮਾਨ, ਰਾਜ ਸਾਜ ਸਾਰਾ ਹੀ ਗੁਰੂ ਘਰ ਵਿੱਚ ਆ ਗਿਆ ਹੈ। ਸਕਲ ਸਮਾਜ ਭਲੇ ਬਿਰਧਾਇਓ। ਤੇ ਸਾਰਾ ਰਾਜ ਦਾ ਸਮਾਜ ਭਲੀ ਪ੍ਰਕਾਰ ਗੁਰਾਂ ਵਧਾ ਲਿਆ ਹੈ। ਇਉਂ ਲੋਕਾਈ ਵਿੱਚ ਗੁਰੂ ਦੀ ਉਪਮਾ ਸਿਫਤੋ ਤੇ ਸਲੋਤਾ ਹੁੰਦੀ ਹੈ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਤੁਛ ਬੁੱਧੀ ਦਾਸ ਦੀ ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਯੋਗ ਹੈ। ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੇਸ਼ਟ ਮਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ ਪਰਲੋਕ ਸੁਹੇਲੇ ਕਰਨ। ਰਾਜ ਸਾਜ ਸਤਿਗੁਰ ਘਰ ਆਇਓ। ਸਕਲ ਸਮਾਜ ਭਲੇ ਬਿਰਧਾਇਓ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।